ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। BC ਦੇ ਹੋਟਲ ਵਾਲਿਆਂ ਖਿਲਾਫ ਔਰਤਾਂ ਦਾ ਪ੍ਰਦਰਸ਼ਨ, ਕਰੋਨਾ ਦਾ ਫਾਇਦਾ ਚੁੱਕ ਔਰਤਾਂ ਨੂੰ ਕੱਢਿਆ ਕੰਮ ਤੋਂ। ਟਰੂਡੋ ਅਤੇ ਉਹਨਾਂ ਦੀ ਪਤਨੀ ਦਾ ਖਾਸ ਸੰਦੇਸ਼, ਦਿੱਤੀ ਇੰਟਰਨੈਸ਼ਨਲ ਵੂਮਨ ਡੇ ਦੀ ਵਧਾਈ। ਪ੍ਰਿੰਸ ਹੈਰੀ ਅਤੇ ਮੇਗਨ ਨੇ ਕੀਤੇ ਕਈ ਖੁਲਾਸੇ, ਮੇਗਨ ਕਰਨਾ ਚਾਹੁੰਦੀ ਸੀ ਖੁਦਕੁਸ਼ੀ। ਐਪਸਫੋਰਡ ਦੇ ਵਿੱਚ ਹੋਈ ਮਹਾ ਪੰਚਾਇਤ, ਗੋਰੇ ਵੀ ਡਟੇ ਕਿਸਾਨਾਂ ਦੇ ਨਾਲ। ਜ਼ਰੂਰੀ ਕਾਮਿਆਂ ਨੂੰ ਕੈਨੇਡਾ ਨੇ ਦਿੱਤੀ ਰਾਹਤ, ਹੁਣ ਨਹੀਂ ਹੋਵੇਗੀ ਵਰਕ ਪਰਮਿਟ ਦੀ ਜ਼ਰੂਰਤ। CDC ਨੇ ਐਲਾਨ ਕੀਤੇ ਨਵੇਂ ਨਿਯਮ, ਟੀਕਾ ਲਗਵਾ ਚੁੱਕੇ ਅਮਰੀਕਨ ਕਰ ਸਕਦੇ ਨੇ ਛੋਟਾ ਇਕੱਠ। ਕਲੋਵਰਡੇਲ ਦੇ ਵਿੱਚ ਵਾਪਰਿਆ ਸੜਕ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ। ਹੋਟਲ ਦੇ ਵਿੱਚ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਔਰਤਾਂ ਦੀ ਕਰੋਨਾ ਵਾਇਰਸ ਦੇ ਵਿੱਚ ਨੌਕਰੀ ਚਲੀ ਗਈ, ਪਰ ਉਸ ਤੋਂ ਬਾਅਦ ਇਸ ਹੋਟਲ ਵੱਲੋਂ ਬਾਕੀ ਹੋਰ ਕਰਮਚਾਰੀਆਂ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਔਰਤਾਂ ਨੂੰ ਦੁਬਾਰਾ ਇੱਥੇ ਨਹੀਂ ਰੱਖਿਆ ਗਿਆ। ਸਮੇਂ-ਸਮੇਂ ਦੇ ਉੱਪਰ ਇਹਨਾਂ ਔਰਤਾਂ ਵੱਲੋਂ ਇਸ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਅੱਜ ਖਾਸ ਇੰਟਰਨੈਸ਼ਨਲ ਵੂਮਨਸ ਡੇ ਦੇ ਮੌਕੇ ਦੇ ਉੱਪਰ ਇੱਕ ਵਾਰ ਫਿਰ ਤੋਂ ਉਹਨਾਂ ਨੇ ਪ੍ਰਦਰਸ਼ਨ ਕੀਤਾ, ਆਪਣੇ ਹੱਕਾਂ ਦੇ ਵਾਸਤੇ ਪ੍ਰੋਟੈਸਟ ਕਰਦੀਆਂ ਇਹ ਨਜ਼ਰ ਆਈਆਂ। ਕਰੋਨਾ ਵਾਇਰਸ ਦਾ ਅਸਰ ਵੱਖ-ਵੱਖ ਚੀਜ਼ਾਂ ਦੇ ਉੱਪਰ ਪਿਆ। ਅਜਿਹੇ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਔਰਤਾਂ ਜੋ ਹੋਟਲ ਵਰਕਰ ਦੇ ਤੌਰ ਦੇ ਉੱਪਰ ਕੰਮ ਕਰਦੀਆਂ ਸਨ, ਇਸ ਪੈਂਡੈਮਿਕ ਦੇ ਚੱਲਦਿਆਂ ਉਹਨਾਂ ਦੀ ਨੌਕਰੀ ਚਲੀ ਗਈ। ਬ੍ਰਿਟਿਸ਼ ਕੋਲੰਬੀਆ ਵੈਂਕੂਵਰ ਦੇ ਵਿੱਚ ਜੈਕਪੂਲ ਪਲਾਜ਼ਾ ਦੇ ਵਿੱਚ ਇਹਨਾਂ ਔਰਤਾਂ ਵੱਲੋਂ ਪ੍ਰੈਸ ਕਾਨਫਰੰਸ ਅਤੇ ਰੈਲੀ ਕੀਤੀ ਗਈ, ਜਿੱਥੇ ਉਹਨਾਂ ਨੇ ਨਵੀਂ ਕੈਂਪੇਨ ਦੀ ਸ਼ੁਰੂਆਤ ਕੀਤੀ। ਇਹਨਾਂ ਔਰਤਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੈਂਡੈਮਿਕ ਦਾ ਨਾਜਾਇਜ਼ ਫਾਇਦਾ ਚੁੱਕਦਿਆਂ ਹੋਟਲ ਵੱਲੋਂ ਉਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ, ਕਿਉਂਕਿ ਉਹ ਕਾਫੀ ਜ਼ਿਆਦਾ ਪੁਰਾਣੇ ਸਨ। ਇਹਨਾਂ ਵਰਕਰਸ ਦੀ ਜਗ੍ਹਾ ਨਵੇਂ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਸਮੇਂ-ਸਮੇਂ ਦੇ ਉੱਪਰ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਰਿਹਾ। ਅੱਜ ਇੰਟਰਨੈਸ਼ਨਲ ਵੂਮਨਸ ਡੇ ਦੇ ਮੌਕੇ ਦੇ ਉੱਪਰ ਅਨਈਕੁਅਲ ਵੂਮਨ ਕੈਂਪੇਨ ਦੀ ਸ਼ੁਰੂਆਤ ਇਹਨਾਂ ਔਰਤਾਂ ਵੱਲੋਂ ਕੀਤੀ ਗਈ, ਜਿੱਥੇ ਉਹਨਾਂ ਨੇ ਧਿਆਨ ਦਿਵਾਇਆ ਕਿ ਕਿਵੇਂ ਬ੍ਰਿਟਿਸ਼ ਕੋਲੰਬੀਆ ਹੋਟਲ ਇੰਡਸਟਰੀ ਉਹਨਾਂ ਨੂੰ ਕੰਮ ਤੇ ਵਾਪਸ ਬੁਲਾਉਣ ਤੋਂ ਪਿੱਛੇ ਹਟ ਰਹੀ ਹੈ। ਇਸ ਮੌਕੇ ਤੇ ਇਹਨਾਂ ਔਰਤਾਂ ਵੱਲੋਂ ਆਪਣੇ ਤਜਰਬੇ, ਆਪਣੇ ਐਕਸਪੀਰੀਅੰਸ ਅਤੇ ਆਪਣੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਗਈਆਂ, ਜਿੱਥੇ ਕਈਆਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਉਹਨਾਂ ਦੇ ਪਰਿਵਾਰ ਦੇ ਵਿੱਚ ਛੋਟੇ-ਛੋਟੇ ਬੱਚੇ ਹਨ, ਜਿਨ੍ਹਾਂ ਦਾ ਖਰਚਾ ਉਹਨਾਂ ਦੇ ਉੱਪਰ ਹੈ। ਉਹਨਾਂ ਦੀ ਜ਼ਿੰਦਗੀ ਦੇ ਉੱਪਰ ਇਸ ਦਾ ਕੀ ਪ੍ਰਭਾਵ ਪੈ ਰਿਹਾ ਹੈ, ਇਸ ਦੇ ਬਾਰੇ ਵਿੱਚ ਇਹ ਔਰਤਾਂ ਦੱਸਦੀਆਂ ਹੋਈਆਂ ਨਜ਼ਰ ਆਈਆਂ। ਇੰਟਰਨੈਸ਼ਨਲ ਵੂਮਨਸ ਡੇ ਦੇ ਮੌਕੇ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਪਤਨੀ ਨੇ ਖਾਸ ਸੁਨੇਹਾ ਔਰਤਾਂ ਨੂੰ ਦਿੱਤਾ। ਇਸ ਮੌਕੇ ਤੇ ਉਹਨਾਂ ਨੇ ਜੋ ਔਰਤਾਂ ਦਾ ਯੋਗਦਾਨ ਇਸ ਸਮਾਜ ਦੇ ਵਿੱਚ ਹੈ, ਉਸ ਦਾ ਜ਼ਿਕਰ ਕੀਤਾ ਹੈ। ਨਾਲ ਉਹਨਾਂ ਵੱਲੋਂ ਕੀ ਕਿਹਾ ਗਿਆ, ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਪਤਨੀ ਸੋਫੀ ਟਰੂਡੋ ਵੱਲੋਂ ਇੰਟਰਨੈਸ਼ਨਲ ਵੂਮਨਸ ਡੇ ਦੇ ਮੌਕੇ ਦੇ ਉੱਪਰ तमाम ਔਰਤਾਂ ਨੂੰ ਸਜਦਾ ਕੀਤਾ ਗਿਆ ਅਤੇ ਉਹਨਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਗਈ। ਇਸ ਮੌਕੇ ਸੋਫੀ ਅਤੇ ਟਰੂਡੋ ਜੋ ਔਰਤਾਂ ਦਾ ਇਸ ਦੁਨੀਆ ਦੇ ਵਿੱਚ ਯੋਗਦਾਨ ਹੈ, ਉਸ ਦੇ ਬਾਰੇ ਵਿੱਚ ਚਾਨਣਾ ਪਾਉਂਦੇ ਨਜ਼ਰ ਆਏ। ਸੋ ਇਸ ਇੰਟਰਨੈਸ਼ਨਲ ਵੂਮਨਸ ਡੇ ਦੇ ਉੱਪਰ ਸੁਣਾਉਂਦੇ ਹਾਂ ਤੁਹਾਨੂੰ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪਤਨੀ ਦਾ ਔਰਤਾਂ ਦੇ ਨਾਮ ਜਾਰੀ ਕੀਤਾ ਸੰਦੇਸ਼। Hello, everybody. Hi, we hope you're all doing well. And happy International Women's Day. Women and girls are changing the world every day. Indigenous women, trans women, women of every background, origin, sexual orientation, or age, women with disabilities, women in every community here in Canada and around the world. We honor your power and your leadership. Today is about celebrating the accomplishments of women everywhere. It's about the women who challenge norms, lift up others, and change our country for the better every single day. You know, as a couple and as parents, we've made sure our kids understand that not one person is more important than another. Neither Justin nor I are afraid to label ourselves as feminists. And although many feminists in our country have broken down barriers and paved the way and brought us to where we are today, we have to continue to build on their work, and that takes place in our everyday lives. This goes beyond the economic benefits it creates. This is about young women everywhere in our country. It's about making sure they grow up in a world where they can do and be anything they dream of. And everyone has a role to play in making that a reality. It's especially important right now when women are bearing the brunt of the impacts of COVID-19 and we face a she-cession. We know that women, in particular, racialized and marginalized women, have been disproportionately impacted by COVID-19. They have shared their stories with me. And this pandemic threatens to roll back the progress we've made. We simply cannot let that happen, and we won't let that happen. If you've lost your job, or if you can't afford childcare,
or if you're staying at home to take care of your kids. Or if you've experienced gender-based violence in your own home, we want you to know that there's a path forward. And to truly heal and come out of this pandemic stronger, we must have a feminist approach to our recovery. As a government, we're committed to that. And that's why we're creating an action plan for women in the economy and a Canada-wide early learning and childcare system, so we can get women back into the workforce and make life more affordable for your family. And because we know that not every home is a safe place to be, we're providing support to women's shelters and sexual assault centres across Canada, and we will continue to invest in programs that prevent family violence and support survivors. You know, my husband and I are lucky to have an opportunity to use our voices to bring change. But we're speaking to you today as partners, as a mom and as a dad and as friends. And we want you to know that we can't do this without you. We all hold the key through our words, our daily actions, and our dreams to build a better country, a better Canada, and to make sure that our kids and grandkids have a solid foundation to build on. We can and we must work together as partners and as allies to achieve gender equality. We need your help, because the reality is that we won't be able to do this without you. And all of this, friends, starts now. Happy International Women's Day. We love you. ਸ਼ਾਹੀ ਪਰਿਵਾਰ ਛੱਡਣ ਤੋਂ ਬਾਅਦ ਪ੍ਰਿੰਸ ਹੈਰੀ ਅਤੇ ਮੇਗਨ ਵੱਲੋਂ ਇੰਟਰਵਿਊ ਦੇ ਦੌਰਾਨ ਕਈ ਗੱਲਾਂ ਦੀ ਸਾਂਝ ਪਾਈ ਜਾ ਰਹੀ ਹੈ। ਹਾਲ ਹੀ ਦੇ ਵਿੱਚ ਉਹਨਾਂ ਦੀ ਜੋ ਤਾਜ਼ਾ ਇੰਟਰਵਿਊ ਸਾਹਮਣੇ ਆਈ, ਉਸ ਦੇ ਵਿੱਚ ਮੇਗਨ ਵੱਲੋਂ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ। ਇੱਕ ਖੁਸ਼ਖਬਰੀ ਉਹਨਾਂ ਨੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਬੇਟੀ ਦਾ ਜਨਮ ਹੋਣ ਵਾਲਾ ਹੈ। ਤੇ ਦੂਜੇ ਪਾਸੇ ਮੇਗਨ ਨੇ ਜੋ ਉਸ ਦੇ ਨਾਲ ਸ਼ਾਹੀ ਪਰਿਵਾਰ ਦੇ ਵਿੱਚ ਜਦੋਂ ਉਹ ਰਹਿ ਰਹੀ ਸੀ, ਕੀ ਹੋਇਆ ਬਕਿੰਗਮ ਪੈਲੇਸ ਦੇ ਵਿੱਚ, ਉਸ ਦੇ ਬਾਰੇ ਵੀ ਉਹਨਾਂ ਨੇ ਆਪਣੀਆਂ ਗੱਲਾਂ ਦੀ ਆਪਣੇ ਜੋ ਐਕਸਪੀਰੀਅੰਸ ਸੀ ਉਹਨਾਂ ਵੱਲੋਂ ਸਾਂਝੇ ਕੀਤੇ ਗਏ ਹਨ। ਇਸ ਮੌਕੇ ਤੇ ਉਸਨੇ ਇਹ ਤੱਕ ਕਹਿ ਦਿੱਤਾ ਕਿ ਇੱਕ ਮਨ ਉਸਦਾ ਕਰ ਰਿਹਾ ਸੀ ਕਿ ਉਹ ਖੁਦਕੁਸ਼ੀ ਕਰ ਲਵੇ, ਉਹਨੂੰ ਇਕੱਲੇ ਛੱਡਿਆ ਨਹੀਂ ਜਾ ਸਕਦਾ ਸੀ, ਕਿਉਂਕਿ ਉਸਦੇ ਦਿਮਾਗ ਦੇ ਉੱਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਕਾਫੀ ਜ਼ਿਆਦਾ ਪ੍ਰਭਾਵ ਪੈ ਰਿਹਾ ਸੀ। ਇੱਕ ਵਾਰ ਫਿਰ ਤੋਂ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਵੱਲੋਂ ਕਈ ਤਰ੍ਹਾਂ ਦੇ ਸ਼ਾਹੀ ਪਰਿਵਾਰ ਦੇ ਨਾਲ ਜੁੜੇ ਹੋਏ ਰਾਜ਼ ਖੋਲੇ ਗਏ ਹਨ। ਹਾਲ ਹੀ ਦੇ ਵਿੱਚ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕਲ ਨੇ ਇੱਕ ਅਮਰੀਕੀ ਟੀਵੀ ਹੋਸਟ ਨੂੰ ਇੰਟਰਵਿਊ ਦਿੱਤਾ, ਜਿਸ ਦੇ ਵਿੱਚ ਉਹਨਾਂ ਨੇ ਕਈ ਗੱਲਾਂ ਦੀ ਸਾਂਝ ਪਾਈ। ਮਾਰਕਲ ਨੇ ਕਿਹਾ ਕਿ ਜਾਣਬੁੱਝ ਕੇ ਉਹਨਾਂ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਮੇਗਨ ਨੇ ਦੱਸਿਆ ਕਿ ਬ੍ਰਿਟਿਸ਼ ਸ਼ਾਹੀ ਪਰਿਵਾਰ ਉਹਨਾਂ ਦੇ ਬੇਟੇ ਦੇ ਰੰਗ ਨੂੰ ਲੈ ਕੇ ਕਾਫੀ ਚਿੰਤਤ ਸੀ। ਅਮਰੀਕੀ ਮੇਗਨ ਮਾਰਕਲ ਦੇ ਮੁਤਾਬਕ ਉਹਨਾਂ ਦੇ ਪਤੀ ਪ੍ਰਿੰਸ ਹੈਰੀ ਨੇ ਉਹਨਾਂ ਦੇ ਬੇਟੇ ਦੇ ਰੰਗ ਦੇ ਸੰਬੰਧੀ ਪਰਿਵਾਰ ਦੀਆਂ ਚਿੰਤਾਵਾਂ ਦੇ ਬਾਰੇ ਵਿੱਚ ਦੱਸਿਆ ਸੀ। ਇਸ ਇੰਟਰਵਿਊ ਦੇ ਵਿੱਚ ਵੀ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਰਾਜ਼ ਤੋਂ ਪਰਦੇ ਚੁੱਕੇ ਗਏ ਸੀ। ਹੈਰੀ ਨੇ ਤਾਜ਼ਾ ਦਿੱਤੇ ਗਏ ਇੰਟਰਵਿਊ ਦੇ ਵਿੱਚ ਦੱਸਿਆ ਕਿ ਮੇਗਨ ਦੇ ਨਾਲ ਮਹਿਲ ਦੇ ਵਿੱਚ ਜੋ ਹੋ ਰਿਹਾ ਸੀ, ਉਸ ਦੇ ਨਾਲ ਉਹਨਾਂ ਨੂੰ ਆਪਣੀ ਮਾਂ ਡਾਇਨਾ ਦੀ ਯਾਦ ਆ ਗਈ। ਉਹਨਾਂ ਨੂੰ ਲੱਗਿਆ ਕਿ ਇੱਕ ਵਾਰ ਫਿਰ ਤੋਂ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਦੋਹਾਂ ਨੇ ਇਸ ਇੰਟਰਵਿਊ ਦੇ ਜ਼ਰੀਏ ਦੁਨੀਆ ਨੂੰ ਖੁਸ਼ਖਬਰੀ ਦਿੱਤੀ ਕਿ ਉਹਨਾਂ ਦੇ ਘਰ ਦੇ ਵਿੱਚ ਬੇਟੀ ਦੀ ਕਿਲਕਾਰੀ ਗੂੰਜਣ ਵਾਲੀ ਹੈ, ਜਾਣੀ ਕਿ ਉਹ ਬੇਟੀ ਨੂੰ ਜਨਮ ਦੇਣ ਵਾਲੀ ਹੈ। ਮੇਗਨ ਨੇ ਦੱਸਿਆ ਹੈ ਕਿ ਮਹਿਲ ਦੇ ਵਿੱਚ ਗੱਲਾਂ ਹੁੰਦੀਆਂ ਸਨ ਕਿ ਉਹਨਾਂ ਦੇ ਬੇਟੇ ਆਰਚੀ ਨੂੰ ਪ੍ਰਿੰਸ ਦਾ ਟਾਈਟਲ ਨਹੀਂ ਦਿੱਤਾ ਜਾਵੇਗਾ ਅਤੇ ਉਸ ਨੂੰ ਸੁਰੱਖਿਆ ਵੀ ਨਹੀਂ ਮਿਲੇਗੀ। ਉਸ ਦੇ ਰੰਗ ਨੂੰ ਲੈ ਕੇ ਚਰਚਾ ਹੁੰਦੀ ਸੀ ਕਿਉਂਕਿ ਮੇਗਨ ਗੈਰ ਗੋਰੀ ਹੈ। ਇਹ ਗੱਲਾਂ ਕਿਸ ਵੱਲੋਂ ਕਹੀਆਂ ਜਾ ਰਹੀਆਂ ਸਨ, ਇਸ ਦੇ ਬਾਰੇ ਉਹਨਾਂ ਨੇ ਅਜੇ ਜਾਣਕਾਰੀ ਨਹੀਂ ਦਿੱਤੀ। ਮਹਾਰਾਣੀ ਐਲਿਜ਼ਾਬੈਥ ਦੇ ਵਿਵਹਾਰ ਦੇ ਬਾਰੇ ਵਿੱਚ ਮੇਗਨ ਨੇ ਦੱਸਿਆ ਕਿ ਉਹਨਾਂ ਦੇ ਨਾਲ ਕਾਫੀ ਚੰਗਾ ਵਿਵਹਾਰ ਕਰਦੀ ਸੀ। ਉਹਨਾਂ ਤੋਂ ਪਹਿਲਾਂ ਪ੍ਰੈਸ ਟੂਰ ਤੇ ਮਹਾਰਾਣੀ ਨੇ ਮੇਗਨ ਦੇ ਨਾਲ ਕੰਬਲ ਵੀ ਸ਼ੇਅਰ ਕੀਤਾ ਸੀ। ਇਸ ਮੌਕੇ ਮੇਗਨ ਨੇ ਇੰਟਰਵਿਊ ਦੌਰਾਨ ਆਪਣੇ ਦਰਦ ਨੂੰ ਵੀ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਕਿਵੇਂ ਸ਼ਾਹੀ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੇ ਮਨ ਦੇ ਵਿੱਚ ਖੁਦਕੁਸ਼ੀ ਦਾ ਖਿਆਲ ਆਉਂਦਾ ਸੀ। ਉਹਨਾਂ ਕਿਹਾ ਕਿ ਉਹ ਬਹੁਤ ਸਾਫ਼, ਅਸਲੀ ਅਤੇ ਡਰਾਉਣੇ ਖਿਆਲ ਸਨ। ਮੈਨੂੰ ਇਕੱਲਾ ਨਹੀਂ ਛੱਡਿਆ ਜਾ ਸਕਦਾ ਸੀ। ਮੇਗਨ ਨੇ ਦੱਸਿਆ ਕਿ ਉਹਨਾਂ ਨੇ ਮਹਿਲ ਦੇ ਸੀਨੀਅਰ ਅਧਿਕਾਰੀਆਂ ਤੋਂ ਮਦਦ ਮੰਗੀ, ਪਰ ਉਹਨਾਂ ਨੂੰ ਕਿਹਾ ਗਿਆ ਕਿ ਉਹ ਦੇਖਣ ਦੇ ਵਿੱਚ ਚੰਗਾ ਨਹੀਂ ਲੱਗੇਗਾ। ਮੇਗਨ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਲਾਇਸੈਂਸ, ਪਾਸਪੋਰਟ, ਕ੍ਰੈਡਿਟ ਕਾਰਡ ਜਮ੍ਹਾਂ ਕਰ ਲਏ ਗਏ ਸਨ, ਜਿਸ ਦੇ ਨਾਲ ਉਹਨਾਂ ਨੂੰ ਕੈਦੀ ਜਿਹਾ ਮਹਿਸੂਸ ਹੁੰਦਾ ਸੀ। ਇਸ ਮੌਕੇ ਮੇਗਨ ਵੱਲੋਂ ਇੱਕ ਹੋਰ ਵੱਡਾ ਖੁਲਾਸਾ ਕੀਤਾ ਗਿਆ। ਉਹਨਾਂ ਦੱਸਿਆ ਕਿ ਆਪਣੇ ਵਿਆਹ ਤੋਂ ਪਹਿਲਾਂ ਹੀ ਉਹਨਾਂ ਨੇ ਪ੍ਰਿੰਸ ਹੈਰੀ ਦੇ ਨਾਲ 3 ਦਿਨ ਪਹਿਲਾਂ ਵਿਆਹ ਕਰ ਲਿਆ ਸੀ। ਮੇਗਨ ਨੇ ਕਿਹਾ ਕਿ ਵਿਆਹ ਦੇ ਦਿਨ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਇਹ ਦਿਨ ਉਹਨਾਂ ਅਤੇ ਹੈਰੀ ਦੇ ਲਈ ਨਹੀਂ, ਸਗੋਂ ਇਹ ਦਿਨ ਦੁਨੀਆ ਦੇ ਲਈ ਸੀ। ਆਪਣੀਆਂ ਇੰਟਰਵਿਊਜ਼ ਦੇ ਦੌਰਾਨ ਪ੍ਰਿੰਸ ਅਤੇ ਮੇਗਨ ਵੱਲੋਂ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਜਾ ਰਹੇ ਹਨ। ਇਹ ਤਾਜ਼ਾ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਕਈ ਤਰ੍ਹਾਂ ਦੇ ਆਪਣੇ ਦਰਦ ਸਾਂਝੇ ਕੀਤੇ ਨੇ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਹਾ ਪੰਚਾਇਤ ਕੀਤੀ ਜਾ ਰਹੀ ਹੈ।
ਐਪਸਫੋਰਡ ਦੇ ਵਿੱਚ ਵੀ ਮਹਾਪੰਚਾਇਤ ਹੋਈ, ਜਿਸ ਦੇ ਵਿੱਚ ਜੋ ਗੈਰ ਪੰਜਾਬੀ ਸਨ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਕਿਸਾਨੀ ਹੱਕ ਦੇ ਵਿੱਚ ਡਟੇ ਹੋਏ ਗੋਰੇ ਵੀ ਇੱਥੇ ਨਜ਼ਰ ਆਏ ਹਨ। ਖਾਲੀ ਜੁੱਤੀਆਂ ਰੱਖੀਆਂ ਗਈਆਂ ਉਹਨਾਂ ਸ਼ਹੀਦਾਂ ਦੀ ਯਾਦ ਦਿਵਾਉਂਦੀਆਂ ਜਿਨ੍ਹਾਂ ਵੱਲੋਂ ਅੰਦੋਲਨ ਦੇ ਚੱਲਦਿਆਂ ਸ਼ਹੀਦੀ ਪਾਈ ਗਈ। ਮਹਾਪੰਚਾਇਤਾਂ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਹੋ ਰਹੀਆਂ, ਇਹ ਕਿਸਾਨਾਂ ਦੇ ਵਾਸਤੇ ਮਹਾਪੰਚਾਇਤਾਂ ਹੁਣ ਕੈਨੇਡਾ ਦੇ ਵਿੱਚ ਵੀ ਹੋ ਰਹੀਆਂ ਹਨ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ, ਜਿੱਥੇ ਡਿਬੇਟ ਕੀਤੀ ਜਾ ਰਹੀ ਹੈ ਕਿਸਾਨੀ ਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਪਰ। ਇਸ ਮੌਕੇ ਤੇ ਜਿਹੜੇ ਗੈਰ ਪੰਜਾਬੀ ਹਨ ਉਹ ਵੀ ਇਸ ਦਾ ਹਿੱਸਾ ਬਣ ਰਹੇ ਹਨ, ਜਿਨ੍ਹਾਂ ਵੱਲੋਂ ਹੱਥਾਂ ਦੇ ਵਿੱਚ ਕਿਸਾਨੀ ਦੇ ਨਾਲ ਜੁੜੇ ਹੋਏ ਪੋਸਟਰ ਚੁੱਕੇ ਜਾ ਰਹੇ ਨੇ। ਇਸ ਦੇ ਨਾਲ ਹੀ ਖਾਲੀ ਜੁੱਤੀਆਂ ਵੀ ਰੱਖੀਆਂ ਜਾ ਰਹੀਆਂ ਹਨ, ਜੋ ਉਹਨਾਂ तमाम ਲੋਕਾਂ ਦੀ ਯਾਦ ਦਿਵਾਉਂਦੀਆਂ ਹਨ ਜਿਨ੍ਹਾਂ ਵੱਲੋਂ ਦਿੱਲੀ ਦੇ ਵਿੱਚ ਕਿਸਾਨੀ ਸੰਘਰਸ਼ ਕਰਦਿਆਂ ਆਪਣੀ ਜਾਨ ਗਵਾ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਇੱਥੋਂ ਦੀਆਂ ਵਿਧਾਨ ਸਭਾ ਦੇ ਬਾਹਰ ਜਾ ਕੇ ਅਜਿਹਾ ਪ੍ਰੋਟੈਸਟ ਪ੍ਰਦਰਸ਼ਨ ਕੀਤਾ ਗਿਆ ਅਤੇ ਹੁਣ ਮਹਾਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਐਪਸਫੋਰਡ ਦੇ ਵਿੱਚ ਵੀ ਮਹਾਪੰਚਾਇਤ ਕੀਤੀ ਗਈ, ਜਿੱਥੇ ਕਿਸਾਨੀ ਹੱਕ ਦੇ ਵਿੱਚ ਆਵਾਜ਼ ਬੁਲੰਦ ਹੋਈ ਅਤੇ ਕਿਸਾਨੀ ਮੁੱਦੇ ਦੇ ਉੱਪਰ ਚਰਚਾ ਕੀਤੀ ਗਈ। I think it is really important for us to ponder and reflect on what we do every single day that contributes to the gender stereotypes or the gender discrimination. Okay. And by doing that, we will understand a little bit better on what we can do in order to help fix those problems. Sometimes it's too big for us to solve alone, and sometimes we'd have to reach out to friends or more people in order to be able to fix those problems that are a little bit bigger than us. And this gathering was basically an epitome of that, an embodiment of that. People coming together to address an issue. We don't really know how to fix it just yet, but the fact that we're talking about it is a huge step. And I think there is a lot of power in having genuine discussion around oppression and gender stereotypes and discrimination and the layers of oppression that we all face as a people and as communities. ਇੱਕ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਜਿਹੜੇ ਕੁਝ ਵਰਕਰਸ ਨੇ ਕੰਮ ਕਰਨ ਵਾਲੇ ਜ਼ਰੂਰੀ ਕਾਮੇ ਨੇ ਉਹਨਾਂ ਵਾਸਤੇ ਕੈਨੇਡਾ ਵੱਲੋਂ ਕੁਝ ਰਾਹਤ ਦਿੱਤੀ ਗਈ ਹੈ। ਉਹਨਾਂ ਨੂੰ ਹੁਣ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਕੁਝ ਹੋਰ ਚੀਜ਼ਾਂ ਨੇ ਜਿਨ੍ਹਾਂ ਦੀ ਜ਼ਰੂਰਤ ਹੈ। ਉਹ ਕਿਹੜੀਆਂ ਨੇ, ਜਾਣੋ ਇਸ ਖਬਰ ਦੇ ਰਾਹੀਂ। ਕੈਨੇਡਾ ਆਉਣ ਵਾਲੇ ਕੁਝ ਐਸੈਂਸ਼ੀਅਲ ਵਰਕਰਸ ਨੂੰ ਹੁਣ ਵਰਕ ਪਰਮਿਟ ਦੀ ਜ਼ਰੂਰਤ ਨਹੀਂ ਹੋਵੇਗੀ। ਜੀ ਹਾਂ, ਇਹਨਾਂ ਆਉਣ ਵਾਲੇ ਐਸੈਂਸ਼ੀਅਲ ਵਰਕਰਸ ਨੂੰ ਵਰਕ ਪਰਮਿਟ ਅਤੇ ਕੁਆਰੰਟੀਨ ਤੋਂ ਐਗਜ਼ੈਂਪਟ ਕੀਤਾ ਗਿਆ। ਜਿਹੜੇ ਕੁਝ ਫੋਰਨ ਵਰਕਰਸ ਕੈਨੇਡਾ ਦੇ ਵਿੱਚ ਐਸੈਂਸ਼ੀਅਲ ਆਕੂਪੇਸ਼ਨ ਦੇ ਵਾਸਤੇ ਆਉਣਾ ਚਾਹੁੰਦੇ ਹਨ, ਉਹਨਾਂ ਨੂੰ ਜਾਂ ਤਾਂ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦੀ ਜ਼ਰੂਰਤ ਹੋਵੇਗੀ ਜਾਂ ਫਿਰ ਇਲੈਕਟ੍ਰੋਨਿਕ ਟਰੈਵਲ ਆਥੋਰਾਈਜ਼ੇਸ਼ਨ ਦੀ। ਇਸ ਦੇ ਨਾਲ ਉਹ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹਨਾਂ ਨੂੰ ਵਰਕ ਪਰਮਿਟ ਦੀ ਜ਼ਰੂਰਤ ਨਹੀਂ ਹੋਵੇਗੀ। ਜਿਹੜੇ ਫੋਰਨ ਵਰਕਰਸ ਕੈਨੇਡਾ ਦੇ ਵਿੱਚ ਕ੍ਰਿਟੀਕਲ ਇਨਫਰਾਸਟ੍ਰਕਚਰ ਨੂੰ ਸਪੋਰਟ ਕਰਨ ਦੇ ਵਾਸਤੇ ਆ ਰਹੇ ਹਨ, ਉਹਨਾਂ ਨੂੰ ਟਰੈਵਲ ਰੈਸਟ੍ਰਿਕਸ਼ਨਸ ਤੋਂ ਰਾਹਤ ਦਿੱਤੀ ਗਈ ਹੈ। ਉਹਨਾਂ ਨੂੰ ਨਾ ਤੇ ਵਰਕ ਪਰਮਿਟ ਦੀ ਜ਼ਰੂਰਤ ਹੋਵੇਗੀ, ਨਾ ਹੀ 14 ਦਿਨਾਂ ਦੇ ਵਾਸਤੇ ਉਹਨਾਂ ਨੂੰ ਕੁਆਰੰਟੀਨ ਕਰਨਾ ਪਵੇਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਜੋ ਕੈਨੇਡਾ ਸਰਕਾਰ ਵੱਲੋਂ ਨਵੇਂ ਨਿਯਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਵਿੱਚ ਹੈ ਕਿ ਕੈਨੇਡਾ ਆਉਣ ਵਾਲੇ ਹਰ ਇੰਟਰਨੈਸ਼ਨਲ ਟਰੈਵਲਰ ਨੂੰ 3 ਦਿਨਾਂ ਦੇ ਵਾਸਤੇ ਆਪਣੇ ਖਰਚੇ ਦੇ ਉੱਪਰ ਲਾਜ਼ਮੀ ਤੌਰ ਦੇ ਉੱਪਰ ਹੋਟਲ ਕੁਆਰੰਟੀਨ ਕਰਨਾ ਪਵੇਗਾ। ਇਸ ਤੋਂ ਵੀ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ। ਜਿਨ੍ਹਾਂ ਵਰਕਰਸ ਨੂੰ ਇਸ ਸਭ ਤੋਂ ਐਗਜ਼ੈਂਪਟ ਕੀਤਾ ਗਿਆ ਉਹ ਹਨ ਐਮਰਜੈਂਸੀ ਅਤੇ ਮੈਡੀਕਲ ਸਰਵਿਸਿਜ਼ ਪ੍ਰੋਵਾਈਡਰ, ਇੰਡੀਵਿਜੂਅਲ ਅਲਾਉਡ ਟੂ ਵਰਕ ਐਜ਼ ਅ ਸਟੂਡੈਂਟ ਇਨ ਅ ਹੈਲਥ ਫੀਲਡ ਜਿਵੇਂ ਕਿ ਮੈਡੀਕਲ ਇਲੈਕਟਿਵ ਜਾਂ ਫਿਰ ਕਲੀਨਿਕਲ ਕਲਰਕ, ਵਰਕ ਇਨ ਮੈਰੀਨ ਟਰਾਂਸਪੋਰਟੇਸ਼ਨ ਸੈਕਟਰ, ਉਹ ਵਿਅਕਤੀ ਜਿਹੜੇ ਕਿ ਮੈਡੀਕਲ ਇਕਵਿਪਮੈਂਟਸ ਡਿਲੀਵਰ ਕਰਨਗੇ, ਉਹ ਵਿਅਕਤੀ ਜਿਹੜੇ ਕਿ ਮੈਡੀਕਲ ਡਿਲੀਵਰੀਜ਼ ਜਿਵੇਂ ਕਿ ਸੈਲਸ, ਬਲੱਡ ਜਾਂ ਫਿਰ ਬਲੱਡ ਪ੍ਰੋਡਕਟ, ਟਿਸ਼ੂ, ਆਰਗਨਸ ਜਾਂ ਫਿਰ ਸਰੀਰ ਦੇ ਹੋਰ ਹਿੱਸੇ ਡਿਲੀਵਰ ਕਰਨਗੇ, ਉਹ ਵਿਅਕਤੀ ਜਿਹੜੇ ਕਿ ਕੈਨੇਡਾ ਦੇ ਵਿੱਚ ਐਸੈਂਸ਼ੀਅਲ ਸਰਵਿਸ ਪ੍ਰੋਵਾਈਡ ਕਰਵਾ ਰਹੇ ਹਨ। ਇਹਨਾਂ ਸਭ ਨੂੰ ਹੁਣ ਨਾ ਤੇ ਹੋਟਲ ਦੇ ਵਿੱਚ ਕੁਆਰੰਟੀਨ ਕਰਨਾ ਪਵੇਗਾ ਅਤੇ ਨਾ ਹੀ ਉਹਨਾਂ ਨੂੰ ਵਰਕ ਪਰਮਿਟ ਦੀ ਜ਼ਰੂਰਤ ਹੋਵੇਗੀ। ਅਮਰੀਕਾ ਦੇ ਵਿੱਚ ਜਿਹੜੀਆਂ ਗਾਈਡਲਾਈਨਸ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ, CDC ਵੱਲੋਂ ਉਹਨਾਂ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਜਿਹੜੇ ਵੈਕਸੀਨੇਟਡ ਲੋਕ ਨੇ ਉਹ ਅਨਵੈਕਸੀਨੇਟਡ ਲੋਕਾਂ ਨੂੰ ਮਿਲ ਸਕਦੇ ਨੇ, ਜਿਸ ਦਾ ਸਾਫ਼ ਸ਼ਬਦਾਂ ਦੇ ਵਿੱਚ ਮਤਲਬ ਹੈ ਕਿ ਜਿਹੜੇ ਗ੍ਰੈਂਡ ਪੇਰੈਂਟਸ ਨੂੰ ਇਸ ਸਮੇਂ COVID-19 ਸ਼ਾਟ ਲੱਗ ਚੁੱਕਿਆ ਹੈ, ਉਹ ਆਪਣੇ ਉਹਨਾਂ ਗ੍ਰੈਂਡ ਚਿਲਡਰਨ ਨੂੰ ਮਿਲ ਸਕਦੇ ਹਨ ਜਿਨ੍ਹਾਂ ਨੂੰ COVID-19 ਵੈਕਸੀਨ ਸ਼ਾਟ ਨਹੀਂ ਲੱਗਿਆ। ਅਤੇ ਛੋਟੀ ਗੈਦਰਿੰਗ ਵੀ ਕੀਤੀ ਜਾ ਸਕਦੀ ਹੈ ਜੋ ਕਿ ਇੱਕ ਪਰਿਵਾਰ ਤੱਕ ਸੀਮਿਤ ਰਹੇਗੀ।
इस दौरान मास्क पाउण की भी जरूरत नहीं है ते फिजिकल डिस्टेंसिंग की भी जरूरत नहीं होगी। वैक्सीन लगवा चुके अमेरिकन हुण छोटी गैदरिंग कर सकणगे। गैदरिंग करन वाले सारिਆਂ ਦੇ वैक्सीन लगे होने जरूरी नहीं हैं। जी हाँ, पब्लिक दे विच मास्क पाउणा इस दे लई जरूरी होवेगा। ਇਹ ਨਿਯਮ CDC ਵੱਲੋਂ ਐਲਾਨ ਕੀਤੇ ਗਏ ਹਨ। ਸੈਂਟਰਸ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਕਾਫੀ ਦੇਰ ਤੋਂ ਉਡੀਕ ਕੀਤੀਆਂ ਜਾ ਰਹੀਆਂ ਗਾਈਡਲਾਈਨਸ ਦਾ ਐਲਾਨ ਕੀਤਾ ਗਿਆ। ਏਜੰਸੀ ਵੱਲੋਂ ਉਹਨਾਂ ਗ੍ਰੈਂਡ ਪੇਰੈਂਟਸ ਨੂੰ ਛੋਟ ਦਿੱਤੀ ਗਈ ਹੈ, ਖੁਸ਼ਖਬਰੀ ਦਿੱਤੀ ਗਈ ਹੈ ਜੋ ਲੰਬੇ ਸਮੇਂ ਤੋਂ ਆਪਣੇ ਗ੍ਰੈਂਡ ਚਿਲਡਰਨ ਨੂੰ ਮਿਲਣਾ ਚਾਹੁੰਦੇ ਹਨ। ਏਜੰਸੀ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਵੈਕਸੀਨ ਸ਼ਾਟ ਲੱਗ ਚੁੱਕੇ ਹਨ ਉਹ ਇਨਡੋਰ ਮੇਲ ਮਿਲਾਪ ਕਰ ਸਕਦੇ ਹਨ। ਉਹਨਾਂ ਲੋਕਾਂ ਨੂੰ ਵੀ ਮਿਲਿਆ ਜਾ ਸਕਦਾ ਹੈ ਜਿਨ੍ਹਾਂ ਵੱਲੋਂ ਅਜੇ ਵੈਕਸੀਨ ਸ਼ਾਟਸ ਨਹੀਂ ਲਗਵਾਏ ਗਏ। ਇਹ ਉਦੋਂ ਤੱਕ ਹੈ ਜਦੋਂ ਕਿ ਕੋਈ ਅਨਵੈਕਸੀਨੇਟਡ ਹਾਈ ਰਿਸਕ ਦੇ ਉੱਪਰ ਨਹੀਂ ਹੈ। ਇਸ ਦਾ ਸਾਫ਼ ਸ਼ਬਦਾਂ ਦੇ ਵਿੱਚ ਮਤਲਬ ਹੈ ਕਿ ਜਿਹੜੇ ਗ੍ਰੈਂਡ ਪੇਰੈਂਟਸ ਕੋਵਿਡ-19 ਵੈਕਸੀਨ ਸ਼ਾਟ ਲਗਵਾ ਸਕਦੇ ਹਨ ਉਹ ਆਪਣੇ ਉਹਨਾਂ ਗ੍ਰੈਂਡ ਚਿਲਡਰਨ ਨੂੰ ਮਿਲ ਸਕਦੇ ਹਨ ਜਿਨ੍ਹਾਂ ਨੇ ਅਜੇ ਕੋਵਿਡ-19 ਵੈਕਸੀਨ ਟੀਕਾ ਨਹੀਂ ਲਗਵਾਇਆ। ਇਸ ਦੇ ਵਿੱਚ ਜ਼ਰੂਰੀ ਨਹੀਂ ਕਿ ਉਹ ਮਾਸਕ ਪਾਉਣ ਅਤੇ ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਵੀ ਇਸ ਮੌਕੇ ਤੇ ਜ਼ਰੂਰੀ ਨਹੀਂ ਹੈ। ਉਦੋਂ ਤੱਕ ਜਦੋਂ ਤੱਕ ਤੁਸੀਂ ਸਿੰਗਲ ਫੈਮਿਲੀ ਦੇ ਵਿੱਚ ਆਪਸ 'ਚ ਗੈਦਰਿੰਗ ਕਰਦੇ ਹੋ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਬਹੁਤ ਸਾਰੇ ਅਜਿਹੇ ਬਜ਼ੁਰਗ ਲੋਕ ਸਨ ਜਿਹੜੇ ਆਪਣੇ ਗ੍ਰੈਂਡ ਪੇਰੈਂਟਸ ਨੂੰ ਮਿਲਣਾ ਚਾਹੁੰਦੇ ਸਨ, ਪਰ ਕੋਵਿਡ-19 ਦੇ ਚੱਲਦਿਆਂ ਇਹ ਮੁਮਕਿਨ ਨਹੀਂ ਸੀ। ਕਰੋਨਾ ਵੈਕਸੀਨ ਆਉਣ ਤੋਂ ਬਾਅਦ ਉਹਨਾਂ ਨੂੰ ਇੱਕ ਉਮੀਦ ਦੀ ਕਿਰਨ ਦਿਖੀ ਅਤੇ ਹੁਣ ਜਿਹੜੇ ਵੀ ਵੈਕਸੀਨ ਲਗਵਾ ਚੁੱਕੇ ਗ੍ਰੈਂਡ ਪੇਰੈਂਟਸ ਹਨ ਉਹ ਆਪਣੇ ਗ੍ਰੈਂਡ ਚਿਲਡਰਨਸ ਨੂੰ ਮਿਲ ਸਕਦੇ ਨੇ। ਕਲੋਵਰਡੇਲ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇੱਕ ਵਾਹਨ ਪੋਲ ਦੇ ਨਾਲ ਜਾ ਟਕਰਾਇਆ ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਈ ਹੈ। RCMP ਵੱਲੋਂ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਜੇਕਰ ਕਿਸੇ ਨੂੰ ਇਸ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕਰੇ। ਕਲੋਵਰਡੇਲ ਦੇ ਵਿੱਚ ਇੱਕ ਗੰਭੀਰ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇੱਕ ਵਾਹਨ ਇੱਥੇ ਯੂਟਿਲਿਟੀ ਪੋਲ ਦੇ ਨਾਲ ਟਕਰਾ ਗਿਆ ਸੀ। RCMP ਵੱਲੋਂ ਇਸ ਮਾਮਲੇ ਦੇ ਉੱਪਰ ਸਾਰੀ ਪੜਤਾਲ ਕੀਤੀ ਜਾ ਰਹੀ ਸੀ। ਇਹ ਹਾਦਸਾ 6 ਮਾਰਚ ਨੂੰ ਵਾਪਰਿਆ ਜਿਸ ਦੇ ਬਾਰੇ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਇੱਕ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਵੱਲੋਂ 40 ਐਵਨਿਊ ਅਤੇ 54 ਐਵਨਿਊ ਦੇ 184 ਸਟਰੀਟ ਦੀਆਂ ਨਾਰਥ ਅਤੇ ਸਾਊਥ ਲੇਨਸ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਪੁਲਿਸ ਵੱਲੋਂ ਇਸ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਸੀ। ਇਸ ਮੌਕੇ ਵਿਟਨੈਸ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਉਸਨੇ ਦੱਸਿਆ ਕਿ ਜਿਸ ਵਾਹਨ ਦੇ ਨਾਲ ਹਾਦਸਾ ਵਾਪਰਿਆ ਉਸ ਦੀ ਪੜਤਾਲ ਕਰਨ ਦੇ ਵਾਸਤੇ ਪੁਲਿਸ ਰਾਤ 9:30 ਵਜੇ ਦੇ ਕਰੀਬ ਪਹੁੰਚੀ। ਇੱਥੇ ਇੱਕ ਵਾਹਨ ਕੰਕਰੀਟ ਬੈਰੀਅਰ ਅਤੇ ਟੈਲੀਫੋਨ ਪੋਲ ਦੇ ਨਾਲ ਟਕਰਾ ਗਿਆ। ਇਸ ਦੀ ਜਾਣਕਾਰੀ ਵੀ RCMP ਵੱਲੋਂ ਸਾਂਝੀ ਕੀਤੀ ਗਈ। ਇਸ ਮਾਮਲੇ ਦੀ ਜਾਂਚ ਸਰੀ RCMP ਕ੍ਰਿਮੀਨਲ ਕੋਲੀਜਨ ਇਨਵੈਸਟੀਗੇਸ਼ਨ ਟੀਮ ਵੱਲੋਂ ਆਪਣੇ ਹੱਥਾਂ ਦੇ ਵਿੱਚ ਲਈ ਗਈ। ਇਸ ਦੇ ਨਾਲ ਹੀ तमाम ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਣਕਾਰੀ ਹੈ ਜਾਂ ਫਿਰ ਕਿਸੇ ਕੋਲ ਕੋਈ ਡੈਸ਼ ਕੈਮ ਵੀਡੀਓ ਹੈ ਤਾਂ ਉਹ ਪੁਲਿਸ ਦੇ ਨਾਲ ਜ਼ਰੂਰ ਸਾਂਝਾ ਕਰੇ। RCMP ਵੱਲੋਂ ਇਸ ਦੇ ਨਾਲ ਸੰਬੰਧਿਤ ਆਪਣਾ ਨੰਬਰ ਵੀ ਜਾਰੀ ਕੀਤਾ ਗਿਆ। ਉਹਨਾਂ ਕਿਹਾ ਹੈ ਕਿ 6045990502 ਦੇ ਉੱਪਰ ਕਾਲ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ 1800222847 ਦੇ ਉੱਪਰ ਕ੍ਰਾਈਮ ਸਟਾਪਰਸ ਨੂੰ ਵੀ ਇਸ ਬਾਰੇ ਦੱਸਿਆ ਜਾ ਸਕਦਾ ਹੈ। ਸਰੀ ਦੇ ਵਿੱਚ ਕੋਵਿਡ-19 ਫੇਜ਼ 2 ਦੇ ਅਧੀਨ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਅੱਜ ਤੋਂ 90 ਸਾਲ ਤੋਂ ਵੱਧ ਉਮਰ ਵਾਲੇ ਕੋਵਿਡ-19 ਵੈਕਸੀਨ ਲਗਵਾਉਣ ਦੇ ਲਈ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦੇ ਹਨ। ਅਜਿਹੇ 'ਚ ਖਬਰ ਸਾਹਮਣੇ ਆਈ ਹੈ ਕਿ ਸਰੀ ਦੇ ਵਿੱਚ 12 ਵੈਕਸੀਨ ਕਲੀਨਿਕ ਖੋਲੇ ਜਾ ਰਹੇ ਹਨ। ਬਾਕੀ ਇਸ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਫਰੇਜ਼ਰ ਹੈਲਥ ਵੱਲੋਂ ਸਰੀ ਦੇ ਵਿੱਚ 22 ਵੈਕਸੀਨੇਸ਼ਨ ਕਲੀਨਿਕ ਖੋਲੇ ਜਾ ਰਹੇ ਹਨ। ਸਰੀ ਦੇ ਵਿੱਚ ਫੇਜ਼ 2 ਵੈਕਸੀਨੇਸ਼ਨ ਪਲਾਨ ਦੀ ਸ਼ੁਰੂਆਤ ਹੋ ਗਈ ਹੈ। ਇੱਥੇ 90 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਵੈਕਸੀਨ ਲਗਾਏ ਜਾ ਰਹੇ ਹਨ। ਮਾਰਚ 15 ਤੋਂ ਇੰਡੀਜੀਅਸ ਸੀਨੀਅਰ ਜਿਨ੍ਹਾਂ ਦੀ ਉਮਰ 65 ਸਾਲ ਜਾਂ ਫਿਰ ਇਸ ਤੋਂ ਵੱਧ ਹੋਵੇਗੀ ਉਹਨਾਂ ਨੂੰ ਸ਼ਾਟਸ ਲਗਾਏ ਜਾਣਗੇ। ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ 22 ਕਲੀਨਿਕਸ 20 ਕਮਿਊਨਿਟੀਜ਼ ਨੂੰ ਕਵਰ ਕਰਨਗੇ। 5 ਕਲੀਨਿਕਸ ਡਰਾਈਵ ਥਰੂ ਹੋਣਗੇ। ਜਿਹੜੇ ਲੋਕ ਕੋਵਿਡ ਡੋਜ਼ ਲਗਵਾਉਣ ਦੇ ਵਾਸਤੇ ਘਰੋਂ ਬਾਹਰ ਨਹੀਂ ਆ ਸਕਦੇ, ਮੋਬਾਈਲ ਆਊਟਰੀਚ ਟੀਮਸ ਉਹਨਾਂ ਨੂੰ ਉੱਥੇ ਜਾ ਕੇ ਡੋਜ਼ ਦੇਣਗੇ ਜਿੱਥੇ ਉਹ ਰਹਿੰਦੇ ਹਨ। ਫਰੇਜ਼ਰ ਹੈਲਥ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦਾ ਟੀਚਾ ਹੈ ਕਿ 9000 ਲੋਕਾਂ ਨੂੰ ਇੱਕ ਦਿਨ ਦੇ ਅੰਦਰ ਕੋਵਿਡ-19 ਵੈਕਸੀਨ ਲਗਾਇਆ ਜਾਵੇ। ਅਪ੍ਰੈਲ ਮਹੀਨੇ ਦੇ ਵਿੱਚ ਇਹ ਟੀਚਾ ਪਰ ਡੇ 23000 ਲੋਕਾਂ ਨੂੰ ਵੈਕਸੀਨੇਟ ਕਰਨ ਦਾ ਹੋਵੇਗਾ। ਅੱਜ ਤੋਂ ਇੱਥੇ ਬੁਕਿੰਗ ਦੀ ਸ਼ੁਰੂਆਤ ਹੋ ਗਈ ਹੈ। ਹਫ਼ਤੇ ਦੇ 7 ਦਿਨ ਅਪਾਇੰਟਮੈਂਟ ਫਿਕਸ ਕੀਤੀ ਜਾ ਸਕਦੀ ਹੈ। ਇਸ ਦੇ ਵਾਸਤੇ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਜੋ ਕਿ ਹੈ 1855-755-2455। ਇਸ ਦੇ ਉੱਪਰ ਕਾਲ ਕਰਕੇ ਆਪਣੀ ਵੈਕਸੀਨੇਸ਼ਨ ਅਪਾਇੰਟਮੈਂਟ ਫਿਕਸ ਕੀਤੀ ਜਾ ਸਕਦੀ ਹੈ।
इन्ना ही नहीं, तुसी अपने टीके दे वास्ते ऑनलाइन बुकिंग भी करवा सकते हो, जिस दे लई वैबसाइट जारी की गई है www.freezerhealth.ca/vaccine इस दे नाल ही दस दिए कि जो क्लिनिक्स के बारे डिटेल है, जानी कि एक कित्थे लोकेटेड हैं, इसकी जानकारी भी तुसी ऑनलाइन चैक कर सकते हो। सरी दे विच लगातार किसानां दे लई, भारत दे किसानां दे लई आवाज़ बुलंद कीती जा रही है। अजिहे दे विच इत्थे पैदल मार्च कढिया गया, जिथे हत्थां दे विच पोस्टर फड़ के जो किसानी दे नाल जुड़े हुए ने, झंडे फड़ के नारे किसानी दे लगाए गए अते भारत सरकार नूं एक बार फिर तो अपील की गई कि जो खेती दे नाल संबंधित कानून लिआंदे गए ने, उन्हां नूं रद्द कीता जावे। सरी दे विच किसान मोर्चा वॉक रैली कढ़ी गई, जिथे लोकां ने पैदल मार्च करके एक बार फिर तो कैनेडा की धरती के उपर किसानी नारे लगाए। इसकी शुरुआत बीयर क्रीक पार्क तो की गई, जो कि किंग जॉर्ज बोलवर्ड दे विच जाके मुकम्मल हुई है। इस मौके के उपर कोविड-19 गाइडलाइंस की पालना की गई। रैली दे विच वड्डी गिणती अंदर लोग शामिल हुए, जो कि अपने हत्थां दे विच पोस्टर अते झंडे लैके किसानी नारे लगाउंदे होए दिखाई दिते। दस दईए कि कैनेडा दे विच लगातार अजिहे मार्च कड्ढे जा रहे हैं, रैलियां कीतियां जा रही ने ते अलग-अलग तरह का प्रोटेस्ट किया जा रहा है, ताकि भारत की सरकार तक इस गल नूं पहुंचाया जाए कि भारत के जिहड़े किसान अपने हकों की लड़ाई लड़ रहे हैं, उन्हां दी गल दे उपर सरकार गौर करे अते खेतीबाड़ी दे नाल संबंधित 3 कानून रद्द करे। काले कानून रद्द करो, काले कानून रद्द करो, काले कानून रद्द करो, किसान मजदूर एकता जिंदाबाद, किसान मजदूर एकता जिंदाबाद, किसान मजदूर एकता जिंदाबाद। किसान मजदूर एकता जिंदाबाद, किसान मजदूर एकता जिंदाबाद, किसान मजदूर एकता जिंदाबाद। दीप सिद्धू तेरी सोच है, ठोके सिद्धू तेरी सोच है, ठोके रावण तेरी सोच है, ठोके। इस खबर दे विच जानकारी तुहाडे नाल सांझी करांगे कि कैनेडा दे किस प्रोविंस तो किन्ने कोविड-19 वायरस दे नाल संबंधित मामले सामने आए ने। नाल दी नाल ये दसांगे कि कैनेडा दे विच इस समय कोविड-19 की की स्थिति है, जानी कि की है केसेस ओवरव्यू। ओंटारियो तो 24 घंटे दौरान 1631 के करीब कोरोना वायरस के नाल जुड़े हुए मामले सामने आए ने। टोरंटो तो 568, पील रीजन तो 322, यॉर्क रीजन तो 119 कोरोना वायरस मामलों की पुष्टि हुई है। 626 के करीब मरीज इस समय अस्पताल दे विच ने, जिन्हां विचों 282 इंटेंसिव केयर अधीन अते 184 वेंटीलेटर के उपर ने। दस दईए कि जो 10 मौतां 24 घंटिया दौरान हुईयां, उस तो बाद इत्थे हुण तक दा मौतां दा अंकड़ा 7077 के करीब हो गया है। 51 मामले यूके कोरोना वायरस के नाल संबंधित सामने आए हैं। जिहड़े मामले 24 घंटिया दौरान सामने आए, उन्हां विचों 95 स्कूल रिलेटेड ने, जिन्हां च 84 स्टूडेंट्स अते 11 स्टाफ मैंबर शामिल हैं। ओंटारियो दे विच हुण तक 3,09,927 के करीब कोरोना वायरस के मामले सामने आ चुके ने। 579 के करीब क्यूबैक दे विच 24 घंटिया दौरान मामलों की पुष्टि हुई है। इस दे नाल ही 9 मौतां कोरोना वायरस के कारण दर्ज कीतियां गईयां। प्रोविंस दे विच हुण तक 2,93,210 के करीब कोरोना के मामले सामने आ चुके हैं अते हुण तक 2,75,000 के करीब इत्थे रिकवर्ड केस ने। 10,481 के करीब कुल मौतां इत्थे हुण तक हो चुकियां ने। 590 के करीब मरीज इस समय अस्पताल दे विच ने, जिन्हां विचों 108 इंटेंसिव केयर अधीन हैं। मैनीटोबा तो 63 कोरोना वायरस के नाल जुड़े इन्फेक्शन केस सामने आए अते एक मौत इस वायरस के कारण रिकॉर्ड की गई। कैनेडा दे विच हुण तक 8,99,000 के करीब कोरोना वायरस के नाल संबंधित मामले सामने आ चुके हैं। 22,258 के करीब जाना इस वायरस के करके हुण तक जा चुकियां ने। 8,86,000 के करीब इत्थे रिकवर्ड केस हैं। इस दे नाल ही जांदे जांदे एक बार फिर तो चात मार दियां अज दियां चोणवीआं खबरां दे उपर। BC दे होटल वालियां खिलाफ औरतां दा प्रदर्शन, कोरोना दा फायदा चुक औरतां नूं कढिया काम तो। ट्रूडो अते उन्हां दी पत्नी दा खास संदेश, दित्ती इंटरनेशनल वुमेन डे दी वधाई। प्रिंस हैरी अते मेगन ने कीते कई खुलासे, मेगन करना चाहुंदी सी खुदकुशी। एब्सफोर्ड दे विच होई महा पंचायत, गोरे भी डटे किसानां दे नाल।
ਜ਼ਰੂਰੀ ਕਾਮਿਆਂ ਨੂੰ ਕੈਨੇਡਾ ਨੇ ਦਿੱਤੀ ਰਾਹਤ, ਹੁਣ ਨਹੀਂ ਹੋਵੇਗੀ ਵਰਕ ਪਰਮਿਟ ਦੀ ਜ਼ਰੂਰਤ। CDC ਨੇ ਐਲਾਨ ਕੀਤੇ ਨਵੇਂ ਨਿਯਮ, ਟੀਕਾ ਲਗਵਾ ਚੁੱਕੇ ਅਮਰੀਕਨ ਕਰ ਸਕਦੇ ਨੇ ਛੋਟਾ ਇਕੱਠ। ਕਲੋਵਰਡੇਲ ਦੇ ਵਿੱਚ ਵਾਪਰਿਆ ਸੜਕ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।